ਇੱਥੇ ਤੁਸੀਂ ਹੋਰ ਮੁੱਦਿਆਂ ਦੇ ਉੱਪਰ ਬਜਟ ਪਾਸ ਕਰ ਰਹੇ ਹੋ, ਇਸ ਮੁੱਦੇ ਨੂੰ ਬਜਟ 'ਚ ਕਿਉਂ ਨਹੀਂ ਲੈ ਕੇ ਆਉਂਦਾ ਜਾ ਰਿਹਾ? ਇਹਨਾਂ ਲੋਕਾਂ ਨੂੰ ਤੁਸੀਂ ਇਸ ਬਜਟ 'ਚ ਪਾ ਕੇ ਵਿੱਚ ਆਪਣਾ ਪੂਰਾ ਪਰਿਵਾਰ ਚਲਾਉਂਦੇ, ਆਪਣੇ ਬੱਚਿਆਂ ਨੂੰ ਪਾਲਦੇ ਆ। ਤੁਸੀਂ ਦਲਿਤਾਂ ਦੀ ਗੱਲ ਕਰਦੇ ਹੋ ਵੋਟ ਬੈਂਕ ਵਾਸਤੇ, ਦਲਿਤਾਂ ਕਰਦੇ ਹੋ ਵੋਟ ਬੈਂਕ ਵਾਸਤੇ। ਦਲਿਤ ਕੱਚੇ ਮੁਲਾਜ਼ਮ ਨੇ ਹਲੇ ਤੱਕ ਵੀ ਪੱਕੇ ਨਹੀਂ ਹੋਇਆ ਕਾਰਪੋਰੇਸ਼ਨ ਦੇ ਵਿੱਚ, ਉਹਨੂੰ ਲੈ ਕੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਜੀ? ਸਭ ਤੋਂ ਪਹਿਲਾਂ ਤੁਹਾਡੇ ਚੈਨਲ ਦੇ ਮਾਧਿਅਮ ਤੋਂ ਮੈਂ ਲੁਧਿਆਣੇ ਦੇ ਸਾਰੇ ਹੀ ਵਾਸੀਆਂ ਨੂੰ ਸਭ ਤੋਂ ਪਹਿਲਾਂ ਮੇਰੀ ਜੈ ਵਾਲਮੀਕੀ ਜੀ, ਕ੍ਰਾਂਤੀਕਾਰੀ ਜੈ ਭੀਮ ਜੀ। ਜਿਹੜਾ ਤੁਸੀਂ ਸਵਾਲ ਕੀਤਾ ਵਾ, ਇਹ ਸਵਾਲ ਬੜਾ ਵਧੀਆ ਵਾ, ਸੁਣਨ ਨੂੰ ਬੜਾ ਵਧੀਆ ਸਵਾਲ ਲੱਗਦਾ ਵਾ। ਕਈ ਵਾਰੀ ਸਵਾਲ 'ਤੇ ਚਰਚਾ ਵੀ ਹੁੰਦੀ ਹੈ, ਮੰਥਨ ਵੀ ਹੁੰਦਾ, ਬੜੀ ਲੰਬੀ ਡਿਬੇਟਾਂ ਵੀ ਹੋ ਜਾਂਦੀ ਆ ਵਾ। ਪਰ ਇਸ ਸਵਾਲ ਦਾ ਜਿਹੜਾ ਜਵਾਬ ਆ ਅੱਜ ਤੱਕ 30 ਸਾਲ ਤਾਂ ਹੋ ਗਏ ਘੱਟੋ ਘੱਟ ਕੋਈ ਦੇ ਹੀ ਨਹੀਂ ਪਾ ਰਿਹਾ। 10 ਸਾਲ ਅਕਾਲੀ ਸਰਕਾਰ ਰਹੀ ਹੈ, ਉਸ ਤੋਂ ਪਹਿਲਾਂ 5 ਸਾਲ ਕਾਂਗਰਸ ਦੀ ਸਰਕਾਰ ਰਹੀ ਹੈ, ਹੁਣ ਫਿਰ 5 ਸਾਲ ਹੋ ਗਏ ਕਾਂਗਰਸ ਸਰਕਾਰ ਆ। ਵੀ 6-7 ਮਹੀਨੇ ਰਹਿ ਗਏ ਕਾਂਗਰਸ ਸਰਕਾਰ ਦੇ ਜਿਹੜਾ ਕਾਰਜਕਾਲ ਆ ਉਹਨੂੰ ਖਤਮ ਹੋਣ ਲਈ। ਪਰ ਜਿਹੜੇ ਗਰੀਬ ਵਾਲਮੀਕਨ ਜਿਹੜੇ ਕਾਰਪੋਰੇਸ਼ਨ ਦੇ ਵਿੱਚ ਜਿਹੜੇ ਕੱਚੇ ਮੁਲਾਜ਼ਮ, ਕੱਚੇ ਸੀਵਰਮੈਨ, ਜਿਹੜੇ ਕਾਰਪੋਰੇਸ਼ਨ ਲੁਧਿਆਣੇ ਦੇ ਵਿੱਚ 6500 ਰੁਪਏ ਤਨਖਾਹ ਦੇ ਉੱਤੇ ਆਪਣਾ ਜਿਹੜਾ ਜੀਵਨ ਆ ਉਹ ਦਾ ਪਾਲਣ ਪੋਸ਼ਣ ਆਪਣੇ ਪਰਿਵਾਰ ਦਾ ਕਰ ਰਹੇ ਆ, ਆਪਣਾ ਪਰਿਵਾਰ ਚਲਾ ਰਹੇ ਆ। ਪਰ ਕਿਤੇ ਵੀ ਸਰਕਾਰ ਜਿਹੜੀ ਆ ਇਹਨਾਂ ਨਾਲ ਨਰਮ ਹੁੰਦੀ ਨਹੀਂ ਦਿਖਦੀ ਹੈ। ਕਿਉਂਕਿ ਜਦੋਂ ਪੰਜਾਬ ਦੇ ਵਿੱਚ ਕੈਪਟਨ ਸਰਕਾਰ ਜਦੋਂ ਆਈ ਆ, ਮੈਂ ਤੁਹਾਨੂੰ ਦੱਸ ਦੇਵਾਂ ਕਿ ਪੰਜਾਬ ਦੇ ਵਿੱਚ 35% ਜਿਹੜਾ ਵੋਟ ਬੈਂਕ ਆ ਉਹ ਦਲਿਤਾਂ ਦਾ ਜੀ, ਜਿਹਦੇ ਵਿੱਚ ਕਿ ਵਾਲਮੀਕੀ ਸਮਾਜ ਦੀ ਜਿਹੜੀ ਵੋਟ ਬੈਂਕ ਆ। 10 ਸਾਲ ਇਸ ਸਰਕਾਰ ਨੇ ਵੀ ਸੱਤਾ ਦੇ ਵਿੱਚ ਰਹਿ ਕੇ ਕੁਝ ਕੁ ਮੁਲਾਜ਼ਮਾਂ ਨੂੰ ਪੱਕਾ ਕੀਤਾ, ਪਰ ਜਿਹੜੇ ਅਸਲ ਦੇ ਵਿੱਚ ਇਸ ਦੇਸ਼ ਦੇ ਕਰੋਨਾ ਦੇ ਵਿੱਚ ਵੀ ਜਿਨ੍ਹਾਂ ਨੇ ਆਪਣੀ ਜਾਨ ਢੇਲੀ ਤੇ ਰੱਖ ਕੇ ਕੰਮ ਕੀਤਾ, ਇਸ ਦੇਸ਼ ਨੂੰ ਸਵੱਛ, ਇਸ ਪੰਜਾਬ ਨੂੰ, ਲੁਧਿਆਣੇ ਸ਼ਹਿਰ ਨੂੰ ਸਵੱਛ ਬਣਾ ਕੇ ਰੱਖਿਆ ਵਾ। ਜਿਹੜੇ ਇੱਥੇ ਦੇ ਕੱਚੇ ਸੀਵਰਮੈਨ ਆ, ਸਫਾਈ ਸੇਵਕ ਆ, ਇੰਨੀ ਬਿਮਾਰੀ ਦੇ ਹੁੰਦੇ ਹੋਏ ਵੀ ਉਹ ਲੋਕ ਆਪਣੇ ਘਰਾਂ ਤੋਂ ਬਾਹਰ ਆਉਂਦੇ ਸੀ, ਕੰਮ ਕਰਦੇ ਸੀ, ਇਸ ਲੁਧਿਆਣੇ ਨੂੰ ਗੰਦਗੀ ਮੁਕਤ ਰੱਖਦੇ ਸੀ ਤਾਂ ਕਿ ਜਿਹੜੀ ਬਿਮਾਰੀ ਆ ਇਹਦਾ ਪ੍ਰਕੋਪ ਨਾ ਫੈਲ ਸਕੇ ਜੀ। ਪਰ ਇਹਨਾਂ ਕਰੋਨਾ ਵਾਇਰਸ ਜਿਹੜੇ ਵਾਇਰਸ ਨੂੰ ਖਤਮ ਕਰਨ ਜਿੰਨਾ ਯੋਗਦਾਨ ਡਾਕਟਰਾਂ ਦਾ ਵਾ, ਉਨਾ ਹੀ ਯੋਗਦਾਨ ਸਫਾਈ ਸੇਵਕਾਂ ਦਾ ਵੀ ਆ ਜੀ। ਕਿਉਂਕਿ ਜਿਹੜੀ ਬਿਮਾਰੀ ਹੈ ਦਵਾਈ ਨਾਲ ਤਾਂ ਗਈ ਆ, ਸਫਾਈ ਦਾ ਵੀ ਉਨਾ ਹੀ ਯੋਗਦਾਨ ਹੈ। ਪਰ ਕੀ ਇਹਨਾਂ ਲੋਕਾਂ ਨੇ ਜਿਹੜੇ ਆ ਕਰੋਨਾ ਦੇ ਵਿੱਚ ਜਿਹੜੇ ਕਰੋਨਾ ਯੋਧਾ ਦੇ ਰੂਪ ਚ ਆਪਾਂ ਕਹਿੰਦੇ ਸੀਗੇ, ਜਿਨ੍ਹਾਂ ਨੂੰ ਡਾਕਟਰ ਆ, ਪੁਲਿਸ ਮੁਲਾਜ਼ਮ ਆ ਤੇ ਸਫਾਈ ਸੇਵਕ ਆ, ਕੀ ਜਿਹੜੀ ਸਰਕਾਰ ਆ ਇਹਨਾਂ ਸਫਾਈ ਸੇਵਕਾਂ ਨੂੰ ਸੱਚੀ ਕਰੋਨਾ ਯੋਧਾ ਮੰਨ ਕੇ ਕੀ ਇਹਨਾਂ ਦਾ ਕੋਈ ਸਨਮਾਨ ਕਰ ਪਾਈ ਹੈ? ਮੇਨ ਗੱਲ ਜੋ ਜੀ ਇਹ ਜਾਣਨਾ ਚਾਹਾਂਗੇ, ਜਿਵੇਂ ਕਿ ਤੁਸੀਂ ਕਾਰਪੋਰੇਸ਼ਨ ਦੀ ਗੱਲ ਕਰ ਰਹੇ ਹੋ, ਕੱਚੇ ਮੁਲਾਜ਼ਮਾਂ ਦੀ ਸਭ ਤੋਂ ਜਿਹੜਾ ਵੱਡਾ ਬਜਟ ਹੈ ਉਹ ਅਗਰ ਪੰਜਾਬ ਸਰਕਾਰ ਦੇ ਵਿੱਚ ਕਿਸੇ ਦਾ ਕਾਰਪੋਰੇਸ਼ਨ ਦਾ, ਲੁਧਿਆਣੇ ਕਾਰਪੋਰੇਸ਼ਨ ਦਾ ਹੈ, ਉਹਦੇ ਬਾਵਜੂਦ ਵੀ ਤੁਸੀਂ ਕਿੱਥੇ ਮੰਨਦੇ ਹੋ ਕਿੱਥੇ ਕਮੀ ਆ ਰਹੀ ਹੈ ਕਿ ਸਰਕਾਰ ਕਿਉਂ ਨਹੀਂ ਫਿਰ ਵੀ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰ ਪਾ ਰਹੀ? ਕਿਤੇ ਨਾ ਕਿਤੇ ਜਿਹੜੀ ਕਮਜ਼ੋਰੀ ਹੈ ਇਹ ਸਾਡੇ ਹੀ ਲੋਕਾਂ ਦੀ ਕਮਜ਼ੋਰੀ ਹੈ। ਜਿਨ੍ਹਾਂ ਲੋਕਾਂ ਨੂੰ ਵੀ ਅਸੀਂ ਅੱਗੇ ਕਰਨਾ ਚਾਹੁੰਦੇ ਆ, ਅੱਗੇ ਕਰਦੇ ਆ, ਨੁਮਾਇੰਦਾ ਬਣਾ ਕੇ ਅਸੀਂ ਉੱਥੇ ਜਿਹੜਾ ਬਾਬਾ ਸਾਹਿਬ ਜਿਹੜਾ ਕਹਿੰਦੇ ਸੀਗੇ ਵੀ ਰਾਜਨੀਤੀ ਦਾ ਜਿਹੜਾ ਮੰਦਰ ਆ, ਭਵਨ, ਸੰਸਦ ਭਵਨ ਆ, ਵਿਧਾਨ ਸਭਾ ਆ, ਉਹ ਸਾਡੇ ਲੋਕ ਸਾਡੀ ਹੀ ਗੱਲ ਨਹੀਂ ਕਰਨਾ ਚਾਹੁੰਦੇ ਉੱਥੇ ਜਾ ਕੇ। ਉਹ ਲੋਕ ਜਾਂਦੇ ਆ ਉੱਥੇ, ਜਦੋਂ ਤਾਂ ਜਿੱਤਦੇ ਨਹੀਂ ਆ, ਕੁਝ ਬਣਦੇ ਨਹੀਂ ਆ, ਉਦੋਂ ਤਾਂ ਉਹ ਦਲਿਤ ਹੁੰਦੇ ਆ। ਪਰ ਜਦੋਂ ਜਿੱਤ ਜਾਂਦੇ ਆ ਉੱਥੇ ਮੰਦਰ 'ਚ ਪਹੁੰਚ ਜਾਂਦੇ ਆ ਤਾਂ ਦਲਿਤਾਂ ਦੀ ਗੱਲ ਕਰਨ ਤੋਂ ਗੁਰੇਜ਼ ਕਰਦੇ ਆ। ਮੈਂ ਇੱਕ ਤੁਹਾਡੇ ਚੈਨਲ ਦੇ ਮਾਧਿਅਮ ਤੋਂ ਪੁੱਛਣਾ ਚਾਹੁੰਦਾ ਕਿ ਕਿੰਨੀ ਕੁ ਵੱਡੀ ਗੱਲ ਆ ਸਰਕਾਰਾਂ ਲਈ, ਕਿੰਨੀ ਕੁ ਵੱਡੀ ਗੱਲ ਆ ਕਿ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨਾ? ਕੀ ਨਾ ਕੋਈ ਪੈਸੇ ਨਹੀਂ ਹੈ, ਹੋਰ ਕੰਮ ਨਹੀਂ ਹੋ ਰਹੇ? ਜਿਹੜੇ ਧੜਾ ਹੁਣ ਲੁਧਿਆਣੇ ਸ਼ਹਿਰ ਦੇ ਵਿੱਚ ਦੇਖ ਰਹੇ ਹੋ, ਪੰਜਾਬ ਦੇ ਵਿੱਚ ਦੇਖ ਰਹੇ ਹੋ, ਕਾਂਗਰਸ ਸਰਕਾਰ ਦੇ ਜਿੰਨੇ ਵੀ ਵਿਧਾਇਕ ਆ ਉਹ ਧੜਾ ਫਟਾਫਟ ਨੀਂਹ ਪੱਥਰ ਰੱਖਦੇ ਜਾ ਰਹੇ ਆ ਜੀ। ਇੰਨੇ ਕਰੋੜ ਦਾ ਆਹ ਕਰਾਤਾ, ਇੰਨੇ ਕਰੋੜ ਦਾ ਆਹ ਕਰਾਤਾ, ਫਲਾਣੇ ਕਰੋੜ ਦਾ ਆਹ ਕਰਾਤਾ। ਕੀ ਉਹਨਾਂ ਦੇ ਕੋਲ ਇਹਨਾਂ ਮੁਲਾਜ਼ਮਾਂ ਨੂੰ ਤਨਖਾਹ ਦੇਣ ਲਈ ਪੈਸੇ ਨਹੀਂ? ਉਹ ਜਾਣਬੁੱਝ ਕੇ ਇਹਨਾਂ ਲੋਕਾਂ ਨੂੰ ਪੱਕਾ ਨਹੀਂ ਕਰਨਾ ਚਾਹੁੰਦੇ ਜੀ। ਕਿਉਂਕਿ ਜਿੱਥੋਂ ਤੱਕ ਮੈਨੂੰ ਲੱਗਦਾ ਵਾ ਕਿ ਜਿੱਦਾਂ ਪੂਰਾ ਦੇਸ਼ ਸੈਂਟਰ ਦੀ ਸਰਕਾਰ 'ਚ ਬੈਠੇ ਨਰਿੰਦਰ ਮੋਦੀ ਨੇ ਵੇਚ ਦਿੱਤਾ ਵਾ, ਕਿਤੇ ਕੱਲ ਨੂੰ ਵੀ ਮੈਨੂੰ ਲੱਗਦਾ ਵਾ ਜਿਹੜੇ ਪੰਜਾਬ ਸਰਕਾਰ ਹੈ ਇਹ ਵੀ ਜਿਹੜੀ ਕਾਰਪੋਰੇਸ਼ਨ ਨੂੰ ਪ੍ਰਾਈਵੇਟਾਈਜੇਸ਼ਨ ਨਾ ਕਰ ਦੇਵੇ। ਅਸੀਂ ਜੋ ਨਹੀਂ ਜਾਣਨਾ ਚਾਹਾਂਗੇ, ਤੁਸੀਂ ਜਿਵੇਂ ਮੁੱਦਾ ਚੱਕਿਆ ਇਹ, ਇਸ ਮੁਹਿੰਮ ਨੂੰ ਤੁਸੀਂ ਅੱਗੇ ਲੈ ਕੇ ਜਾ ਰਹੇ ਹੋ, ਆਉਣ ਵਾਲੇ ਟਾਈਮ ਦੇ ਵਿੱਚ ਤੁਹਾਡੇ ਕੀ ਪ੍ਰੋਗਰਾਮ ਨੇ, ਕੀ ਤੁਸੀਂ ਇਸ ਮੁੱਦੇ ਨੂੰ ਅੱਗੇ ਕਿਹੜੇ ਹਿਸਾਬ ਨਾਲ ਲੈ ਕੇ ਜਾਣਾ ਚਾਹ ਰਹੇ ਹੋ? ਦੇਖੋ, ਪਹਿਲਾਂ ਤਾਂ ਮੈਂ ਤੁਹਾਨੂੰ ਦੱਸ ਦੇਵਾਂ ਕਿ ਮੈਂ ਇੱਕ ਸੱਟ ਤੋਂ ਜੂਝ ਰਿਹਾ। ਤੁਸੀਂ ਦੇਖ ਸਕਦੇ ਹੋ ਕਿ ਮੇਰਾ ਪੈਰ ਫ੍ਰੈਕਚਰ ਆ। ਜੇ ਮੇਰਾ ਪੈਰ ਫ੍ਰੈਕਚਰ ਨਾ ਹੁੰਦਾ, ਸ਼ਾਇਦ ਮੈਂ ਹੁਣ ਜਿੱਦਾਂ ਕਿ ਪੰਜਾਬ ਦੇ ਉੱਤੇ ਵਿਧਾਨ ਸਭਾ ਦੇ ਵਿੱਚ
ਇੱਕ ਸਤਰ ਚੱਲ ਰਿਹਾ ਵਾ, ਸਾਡਾ ਸੈਸ਼ਨ ਚੱਲ ਰਿਹਾ ਬਜਟ ਦਾ, ਜੀ ਤੇ ਸ਼ਾਇਦ ਮੈਂ ਅੱਜ ਉੱਥੇ ਧਰਨਾ ਲਾਉਂਦਾ ਜਾ ਕੇ ਆਪਣੇ ਸਾਥੀਆਂ ਸਮੇਤ। ਸਾਡੀ ਪੰਜਾਬ ਲੀਗਲ ਸੈੱਲ ਦੀ ਟੀਮ ਆ ਜਿਹਦੇ ਵਿੱਚ ਵਕੀਲ ਜਿਹੜੇ ਕੰਮ ਕਰਦੇ ਆ, ਨਿਸਵਾਰਥ ਸਮਾਜ ਦਾ ਕੰਮ ਕਰਦੇ ਆ। ਅਸੀਂ ਆਪਣੀ ਟੀਮ ਲੈ ਕੇ ਵਿਧਾਨ ਸਭਾ ਦੇ ਬਾਹਰ ਧਰਨਾ ਲਾਉਂਦੇ ਤੇ ਉਹ ਸੁੱਤੀ ਹੋਈ ਸਰਕਾਰ ਨੂੰ ਜਗਾਉਂਦੇ ਵੀ ਜਿੱਥੇ ਤੁਸੀਂ ਹੋਰ ਮੁੱਦਿਆਂ ਦੇ ਉੱਪਰ ਬਜਟ ਪਾਸ ਕਰ ਰਹੇ ਹੋ, ਇਸ ਮੁੱਦੇ ਨੂੰ ਬਜਟ 'ਚ ਕਿਉਂ ਨਹੀਂ ਲੈ ਕੇ ਆਉਂਦਾ ਜਾ ਰਿਹਾ? ਇਹਨਾਂ ਲੋਕਾਂ ਨੂੰ ਤੁਸੀਂ ਇਸ ਬਜਟ 'ਚ ਪਾ ਕੇ ਕਿਉਂ ਨਹੀਂ ਪੱਕੇ ਕਰਦੇ ਜਿਹੜੇ 6500 ਰੁਪਏ ਵਿੱਚ ਆਪਣਾ ਪੂਰਾ ਪਰਿਵਾਰ ਚਲਾਉਂਦੇ, ਆਪਣੇ ਬੱਚਿਆਂ ਨੂੰ ਪਾਲਦੇ ਆ? ਤੁਸੀਂ ਦਲਿਤਾਂ ਦੀ ਗੱਲ ਤਾਂ ਕਰਦੇ ਹੋ ਵੋਟ ਬੈਂਕ ਵਾਸਤੇ, ਦਲਿਤਾਂ ਦੇ ਰਹਿਬਰਾਂ ਦੀ, ਬਾਬਾ ਸਾਹਿਬ ਦੀ ਗੱਲ ਕਰਦੇ ਹੋ ਵੋਟ ਬੈਂਕ ਵਾਸਤੇ। ਤੁਸੀਂ ਵੋਟਾਂ ਜਦੋਂ ਲੈਣੀ ਹੁੰਦੀਆਂ ਉਹ ਦਲਿਤ ਤੁਹਾਨੂੰ ਉਦੋਂ ਲੱਗਦੇ ਆ ਕਿ ਹਾਂ ਇਹੀ ਦਲਿਤ ਆ ਜਿਹੜੇ ਤੁਹਾਡਾ ਸਾਥ ਦੋਗੇ, ਪਰ ਵੋਟ ਤੋਂ ਬਾਅਦ ਕੀ ਤੁਸੀਂ ਦਲਿਤਾਂ ਨੂੰ ਉਹਨਾਂ ਦਾ ਹੱਕ ਦਿੰਦੇ ਹੋ? ਨਹੀਂ ਦਿੰਦੇ। ਅੱਜ ਦਲਿਤ ਸਮਾਜ ਜਿਹੜਾ ਵਾਲਮੀਕੀ ਸਮਾਜ ਆ 30 ਸਾਲ ਤੋਂ ਨਰਕ ਦੀ ਜ਼ਿੰਦਗੀ ਜੀ ਰਿਹਾ। ਤੁਸੀਂ ਦੇਖੋ ਅੱਜ ਤੱਕ ਤੁਸੀਂ ਕਢਾ ਕੇ ਦੇਖ ਲਓ ਰਿਕਾਰਡ ਜਿਹੜਾ ਕਾਰਪੋਰੇਸ਼ਨ ਦਾ, ਸਭ ਤੋਂ ਵੱਧ ਵਾਲਮੀਕੀ ਸਮਾਜ ਦੇ ਲੋਕ ਸੀਵਰਾਂ ਡੁੱਬ ਕੇ ਮਰੇ ਆ ਜੀ। ਕੀ ਉਹਨਾਂ ਦੇ ਬੱਚਿਆਂ ਨੂੰ ਕੋਈ ਸਰਕਾਰ ਨੇ ਪੁੱਛਿਆ? ਉਹਨਾਂ ਲੋਕਾਂ ਨੂੰ ਇਹ ਸੋਚਦੇ ਆ ਕਿ ਉਹ ਲੋਕ ਇਹਨਾਂ ਨਰਕ ਢਾਉਂਦੇ ਆ, ਇੰਨੀ ਗੰਦਗੀ ਨੂੰ ਸਾਫ਼ ਕਰਦੇ ਆ, ਸਾਰਾ ਦਿਨ ਆਪਣੀ ਜਾਨ ਨੂੰ ਜੋਖਮ ਦੇ ਰੱਖ ਕੇ ਉਸ ਗੰਦਗੀ ਦੇ ਭਰੇ ਹੋਏ ਗਟਰ ਵਿੱਚ ਉਤਰਦੇ ਆ। ਇੱਕ 6500 ਰੁਪਏ ਦੀ ਉਹਨਾਂ ਦੀ ਜਿਹੜੀ ਜਾਨ ਦੀ ਕੀਮਤ ਆ ਉਹ 6500 ਰੁਪਈਆ ਵਾ। 6500 ਰੁਪਏ ਦੇ ਵਿੱਚ ਆਪਣੀ ਜਾਨ ਨੂੰ ਜੋਖਮ ਚ ਲਾਉਂਦੇ ਆ ਤੇ ਸਰਕਾਰਾਂ ਗੁੰਗੀਆਂ ਬੋਲੀਆਂ ਹੋ ਕੇ ਆਪਣੇ ਘਰਾਂ 'ਚ ਬੈਠੀਆਂ। ਕਿਉਂ ਨਹੀਂ ਸੋਚਦੇ ਨਾ ਬਾਰੇ? ਜੀ ਜੀ, ਤੁਸੀਂ ਇਹ ਆਵਾਜ਼ ਚੁੱਕ ਰਹੇ ਹੋ। ਜਿਵੇਂ ਹੁਣ ਇਹ ਜਾਨਣਾ ਚਾਹਾਂਗੇ ਕਿ ਜਿਹੜੇ ਪੱਕੇ ਮੁਲਾਜ਼ਮ ਨੇ ਕਿ ਉਹਨਾਂ ਨੂੰ ਵੀ ਨਹੀਂ ਇਸ ਆਵਾਜ਼ ਨੂੰ ਚੁੱਕਣਾ ਚਾਹੀਦਾ, ਉਹਨਾਂ ਨੂੰ ਨਹੀਂ ਇਸ ਬਾਰੇ ਬੋਲਣਾ ਚਾਹੀਦਾ ਕਿ ਜਿਹੜੇ ਸਾਡੇ ਭਰਾ ਨੇ ਕੱਚੇ ਮੁਲਾਜ਼ਮ ਉਹਨਾਂ ਨੂੰ ਪੱਕੇ ਕੀਤਾ ਜਾਵੇ? ਦੇਖੋ ਤੁਹਾਡੀ ਮੈਂ ਗੱਲ ਦਾ ਇੱਕ ਜਵਾਬ ਮੈਨੂੰ ਬੜੀ ਖੂਬਸੂਰਤ ਗੱਲ ਯਾਦ ਆਉਂਦੀ ਆ। ਇੱਕ ਫਿਲਮ ਸੀਗੀ ਕ੍ਰਾਂਤੀ, ਸ਼ਾਇਦ ਤੁਸੀਂ ਦੇਖੀ ਹੋਊਗੀ ਜੀ। ਉਹਦੇ ਵਿੱਚ ਇੱਕ ਜਦੋਂ ਮਨੋਜ ਕੁਮਾਰ ਨੂੰ ਫੜ ਕੇ ਉਹ ਜਹਾਜ਼ ਵਿੱਚ ਕੈਦ ਕਰ ਲੈਂਦੇ ਆ, ਉਹ ਮਨੋਜ ਕੁਮਾਰ ਨੂੰ ਪੁੱਛਦੇ ਵੀ ਤੇਰੇ ਸਾਥੀ ਦਾ ਤੇਰੇ ਨਾਲ ਹੈ ਨਹੀਂ ਗੇ, ਵੀ ਤੂੰ ਕਿਉਂ ਇਕੱਲਾ ਹੀ ਸੰਘਰਸ਼ ਕਰੀ ਜਾਂਦਾ? ਜੀ ਉਹ ਬੜੀ ਖੂਬਸੂਰਤ ਗੱਲ ਕਹਿੰਦਾ ਵਾ। ਉਹ ਕਹਿੰਦਾ ਵੀ कुल्हाड़ी में अगर लकड़ी का दस्ता ना होता तो लकड़ी के कटने का रास्ता ना होता जी। ਇਹ ਗੱਲ ਦੇਖੀ ਜਾਵੇ ਤਾਂ ਫਿਲਮ ਦਾ ਡਾਇਲੌਗ ਆ, ਪਰ ਇਸ ਗੱਲ ਦੇ ਵਿੱਚ ਬੜੀ ਡੂੰਗੀ ਗੱਲ ਕਹੀ ਗਈ ਹੈ ਵੀ ਜੇ ਸਾਡੇ ਲੋਕ ਹੀ ਇਹਨਾਂ ਲੋਕਾਂ ਦਾ ਸਾਥ ਦੇਣ ਤਾਂ ਸਾਨੂੰ ਕਿਸੇ ਦੇ ਅੱਗੇ ਰੋਣ ਪਿੱਟਣ ਦੀ ਕੀ ਲੋੜ ਆ? ਫਿਰ ਜੋਨੀ ਡੁਮਰੇ ਨੂੰ ਕੀ ਲੋੜ ਆ ਕਿ ਉਹ ਇਸ ਮੀਡੀਆ ਨੂੰ ਬੁਲਾ ਕੇ ਮੀਡੀਆ ਦੇ ਰੋਏ ਪਿੱਟੇ ਵੀ ਤੁਸੀਂ ਸਾਡੀ ਆਵਾਜ਼ ਉਹਨਾਂ ਤੱਕ ਪਹੁੰਚਾਓ? ਜੇ ਮੇਰੇ ਪੱਕੇ ਮੁਲਾਜ਼ਮ ਜਿਹੜੇ ਆ ਉਹਨਾਂ ਦੇ ਅੰਦਰ ਦਰਦ ਹੋਵੇ, ਆਪਣੇ ਲੋਕਾਂ ਦਾ, ਆਪਣੇ ਭਰਾਵਾਂ ਦਾ, ਆਪਣੇ ਭੈਣ ਭਰਾਵਾਂ ਦਾ ਦਰਦ ਹੋਵੇ, ਤੇ ਉਹ ਲੋਕ ਇਹਨਾਂ ਦੇ ਨਾਲ ਬੈਠਣਗੇ ਇੱਥੇ ਧਰਨਿਆਂ ਤੇ, ਕਹਿਣ ਵੀ ਨਹੀਂ ਇਹ ਵੀ ਸਾਡਾ ਪਰਿਵਾਰ ਆ, ਸਾਡੇ ਬਰਾਦਰੀ ਭਾਈ ਆ, ਸਾਡੇ ਲੋਕ ਆ, ਵੀ ਜੇ ਸਾਨੂੰ 25 30 40 ਹਜ਼ਾਰ ਤਨਖਾਹ ਮਿਲਦੀ ਤੇ ਉਹਨਾਂ ਨੂੰ 6500 ਕਿਉਂ ਦਿੰਦੇ ਹੋ? ਜਦੋਂ ਇਹ ਕੰਮ ਸਾਡੇ ਬਰਾਬਰ ਕਰਦੇ ਆ, ਸਾਡੇ ਨਾਲ ਵੱਧ ਕੰਮ ਹੀ ਕਰਦੇ ਆ। ਇੱਕ ਤੁਹਾਨੂੰ ਹੋਰ ਗੱਲ ਦੱਸ ਦੇਵਾਂ, ਕੱਚੇ ਮੁਲਾਜ਼ਮਾਂ ਨੂੰ ਅੱਜ ਦੀ ਸਰਕਾਰਾਂ ਦੇ ਕੌਂਸਲਰ ਆਪਣੇ ਘਰਾਂ 'ਚ ਵੀ ਕੱਪੜੇ ਧੋਂਦੇ ਆ, ਗੱਡੀਆਂ ਸਾਫ਼ ਕਰਾਉਂਦੇ ਆ। ਮੈਂ ਬਚਾਈਏ ਜੇ ਸਾਡੇ ਉਹ ਭਰਾ ਜਿਹੜੇ ਪੱਕੀਆਂ ਕੁਰਸੀਆਂ ਤੇ ਬੈਠੇ ਮਲਾਈਆਂ ਖਾ ਰਹੇ ਆ, ਜੇ ਉਹ ਆਪਣੇ ਇਹਨਾਂ ਭਰਾਵਾਂ ਦਾ ਦਰਦ ਸਮਝ ਲੈਣ ਕੱਚੇ ਮੁਲਾਜ਼ਮਾਂ ਦਾ, ਤੇ ਨੌਬਤ ਦੀ ਨਾ ਆਵੇ ਤੇ ਇਹਦਾ ਕੰਮ ਹੀ ਬੜਾ ਛੋਟਾ ਵਾ। ਜੀ ਜੀ ਅਸੀਂ ਸੋਚਦੇ ਹਾਂ ਵੀ ਅਸੀਂ ਜਾਂ ਤਾਂ ਮੇਅਰ ਸਾਹਿਬ ਦੀ ਕੋਠੀ ਦਾ ਘਰਾਵ ਕਰੀਏ ਜੀ, ਵੀ ਜਿੱਦਾਂ ਕਿਸਾਨ ਆਪਣੀ ਹੱਕਾਂ ਨੂੰ ਲੈਣ ਵਾਸਤੇ ਉੱਥੇ 104 ਦਿਨ ਤੋਂ ਉੱਥੇ ਬੈਠੇ ਆ ਬਾਰਡਰ ਤੇ ਅਸੀਂ ਵੀ ਸੋਚਦੇ ਹਾਂ ਕਿ ਅਸੀਂ ਵੀ ਆਪਣੇ ਹੱਕ ਲੈਣ ਵਾਸਤੇ ਜਾ ਕੇ ਉੱਥੇ ਕਿਸੇ ਮੰਤਰੀ ਦੀ ਕੋਠੀ ਦੇ ਬਾਹਰ ਜਾਂ ਮੇਅਰ ਜਾਂ ਕਮਿਸ਼ਨਰ ਦੀ ਕੋਠੀ ਦੇ ਬਾਹਰ ਧਰਨਾ ਦਈਏ। ਜਦੋਂ ਤੱਕ ਮੁਲਾਜ਼ਮ ਪੱਕੇ ਨਹੀਂ, ਧਰਨਾ ਖਤਮ ਨਹੀਂ। ਇਹ ਸਾਡੀ ਰਣਨੀਤੀ ਆ, ਅਸੀਂ ਇਹੀ ਕਰਨਾ ਚਾਹੁੰਦੇ ਆ। ਸ਼ਾਇਦ ਕੁਝ ਦਿਨਾਂ ਬਾਅਦ ਥੋੜਾ ਮੇਰਾ ਪੈਰ ਠੀਕ ਹੋ ਜਾਵੇ ਤੇ ਤੁਹਾਨੂੰ ਸਾਨੂੰ ਭਰਾਵਾਂ ਤੁਹਾਡੇ ਸਹਿਯੋਗ ਨਾਲ ਜੋ ਹੋਣਾ, ਤੁਹਾਡੇ ਸਹਿਯੋਗ ਨਾਲ ਹੀ ਹੋਣਾ, ਕਿਉਂਕਿ ਤੁਸੀਂ ਇਸ ਦੇਸ਼ ਦਾ ਚੌਥਾ ਸਤੰਭ ਹੋ ਤੇ ਤੁਹਾਡੇ ਕਰਕੇ ਤੁਹਾਡੇ ਨਾਲ ਹੀ ਹੋਣਾ ਜੋ ਹੋਣਾ ਵਾ। ਤੇ ਇਸ ਕਰਕੇ ਬਸ ਥੋੜਾ ਜਿਹਾ ਅਸੀਂ ਇੰਤਜ਼ਾਰ ਕਰ ਰਹੇ ਹਾਂ ਕਿ ਇਹ ਹੋ ਜਾਵੇ ਮੇਰੇ ਪੈਰ ਸਹੀ ਤੇ ਅਸੀਂ ਜਾ ਕੇ ਉੱਥੇ ਜਿਹੜਾ ਧਰਨਾ ਲਾਈਏ। ਤੁਹਾਨੂੰ ਬੁਲਾ ਕੇ ਤੁਹਾਡੇ ਮਾਧਿਅਮ ਨਾਲ ਅਪੀਲ ਕਰਨਾ ਚਾਹੁੰਦੇ ਆ। ਹੁਣ ਕੈਪਟਨ ਸਾਹਿਬ ਦੇ ਮਨ 'ਚ ਪਤਾ ਨਹੀਂ ਕੀ ਚੱਲ ਰਿਹਾ ਵਾ, ਕਿਉਂ ਨਹੀਂ ਕਰਨਾ ਚਾਹੁੰਦਾ। ਕੈਪਟਨ ਸਾਹਿਬ ਜਦੋਂ ਇਸ ਪੰਜਾਬ ਦੀ ਸੱਤਾ ਦੇ ਵਿੱਚ ਜਦੋਂ ਆਏ ਆ, ਇੱਕ ਵਾਅਦਾ ਕਰਕੇ ਆਏ ਸੀ ਵੀ ਜਿਹੜੇ ਕੰਮ ਅਕਾਲੀਆਂ ਨੇ ਨਹੀਂ ਕੀਤੇ ਉਹ ਅਸੀਂ ਕਰਾਂਗੇ, ਪਰ ਅੱਜ ਤੱਕ ਵਾਅਦੇ ਪੂਰੇ ਨਹੀਂ ਹੋਏ। ਪਰ ਹਲੇ ਤੱਕ ਮੈਨੂੰ ਲੱਗਦਾ ਕਿ ਉਹ ਵਾਅਦੇ ਕੋਈ ਵੀ ਨਹੀਂ ਪੂਰਾ ਹੋ ਰਿਹਾ। ਇੱਕ ਬਸ ਆਸ ਤੇ ਲੋਕ ਬੈਠੇ ਆ। ਪਰ ਮੈਂ ਕੈਪਟਨ ਸਾਹਿਬ ਨੂੰ ਕਹਿਣਾ ਵਾ ਇਹ ਗੱਲ ਕਿ ਹਰ ਵਾਰ ਜਿਹੜੀ ਕਾਰਡ ਦੀ ਹਾਂਡੀ ਉਹ ਨਹੀਂ ਚੜਦੀ। ਪ੍ਰਸ਼ਾਂਤ ਕਿਸ਼ੋਰ ਕੋਈ ਰੱਬ ਨਹੀਂ ਹੈ ਵੀ ਜਿਹਨੂੰ ਤੁਸੀਂ ਲੈ ਕੇ ਆ ਗਏ ਹੋ ਵੀ ਉਹ ਤੁਹਾਨੂੰ ਕੋਈ ਸੱਤਾ ਵੀ ਜਿਤਾ ਦੂਗਾ। ਠੀਕ ਆ, ਪ੍ਰਸ਼ਾਂਤ ਕਿਸ਼ੋਰ ਦੀ ਰਣਨੀਤੀ ਸਹੀ ਹੋ ਸਕਦੀ ਆ, ਜਿਹੜੀ ਉਹਦੀ ਜਿਹੜੀ ਰਾਜਨੀਤਿਕ ਪਾਲਿਸੀਆਂ ਵਾ ਉਹ ਕਿਸੇ ਤਰੀਕੇ ਨਾਲ ਵਧੀਆ ਹੋ ਸਕਦੀਆਂ, ਪਰ ਜਿਹੜਾ ਵੋਟ ਬੈਂਕ ਆ ਉਹ ਲੋਕਾਂ ਨੇ ਆਪਣੀ ਸੋਚ ਨਾਲ ਪਾਣਾ। ਵੋਟ ਦਾ ਅਧਿਕਾਰ ਸਾਨੂੰ ਬਾਬਾ ਸਾਹਿਬ ਡਾਕਟਰ ਬੀ ਆਰ ਅੰਬੇਡਕਰ ਨੇ ਲੈ ਕੇ ਦਿੱਤਾ ਵਾ ਤੇ ਇਹ ਵੋਟ ਵਿਕਾਊ ਨਹੀਂ ਹੈ। ਅਸੀਂ ਕਿਤੇ ਪ੍ਰਸ਼ਾਂਤ ਕਿਸ਼ੋਰ ਦੇ ਕਹਿੰਦੇ ਵੋਟ ਨਹੀਂ ਪਾਣੀ ਆ। 35% ਵੋਟ ਬੈਂਕ ਜਿਹੜਾ ਦਲਿਤਾਂ ਦਾ, ਵਾਲਮੀਕੀ ਸਮਾਜ ਦਾ ਜੀ, ਤੇ ਅਸੀਂ ਪ੍ਰਸ਼ਾਂਤ ਕਿਸ਼ੋਰ ਦੇ ਕਹਿੰਦੇ ਵੋਟ ਨਹੀਂ ਪਾਵਾਂਗੇ। ਕੋਈ ਪ੍ਰਸ਼ਾਂਤ ਕਿਸ਼ੋਰ ਨੇ ਸਾਡੇ ਘਰੇ ਰੋਟੀ ਆਟਾ ਨਹੀਂ ਪਵਾਉਣਾ। ਆਟਾ ਸਾਡੇ ਘਰੇ ਉਦੋਂ ਹੀ ਪੈਣਾ ਜਦੋਂ ਅਸੀਂ ਪੈਸੇ ਕਮਾ ਕੇ ਲੈ ਕੇ ਆਵਾਂਗੇ ਜੀ। ਜੇ ਸਰਕਾਰ ਸਾਡੇ ਵੱਲ ਨਹੀਂ ਧਿਆਨ ਦਿੰਦੀ,
ਜਿਹੜੇ ਇਹ 35 ਸਾਲ ਤੋਂ 30 ਸਾਲ ਤੋਂ ਕੱਚੇ ਮੁਲਾਜ਼ਮ ਜੇ ਕੰਮ ਨਹੀਂ ਇਹਨਾਂ ਨੂੰ ਪੱਕੇ ਨਹੀਂ ਕਰਨੀ ਤੇ ਅਸੀਂ ਵੀ ਸੋਚਣ ਨੂੰ ਮਜਬੂਰ ਆ। ਤੁਸੀਂ ਦੇਖੋ ਪੰਜਾਬ ਦੇ ਵਿੱਚ ਵਾਲਮੀਕੀ ਸਮਾਜ ਦਾ ਇੱਕ ਬੜਾ ਵੱਡਾ ਹਿੱਸਾ ਜਿਹੜਾ ਕਿ ਟੁੱਟ ਕੇ ਗੁੱਸੇ ਦੇ ਵਿੱਚ ਉਹ ਬੀਜੇਪੀ ਨਾਲ ਜੁੜ ਗਿਆ। ਤੁਸੀਂ ਮੀਡੀਆ ਦੀ ਰੋਜ਼ ਕਵਰੇਜ ਦੇਖਦੇ ਹੋ ਕਿ ਪੰਜਾਬ ਦੇ ਜਿਹੜੇ ਦਲਿਤ ਆ ਉਹ ਕਿੰਨੀ ਤੇਜ਼ੀ ਨਾਲ ਬੀਜੇਪੀ ਨਾਲ ਜੁੜਦੇ ਜਾ ਰਹੇ ਆ, ਕਿਉਂਕਿ ਜਿਹੜੀ ਬੀਜੇਪੀ ਆ ਉਹ ਸੈਂਟਰ 'ਚ ਚਾਹੇ ਧੱਕਾ ਵੀ ਕਰਦੀ ਆ ਪਰ ਦਲਿਤਾਂ ਨੂੰ ਮਾਣ ਸਨਮਾਨ ਵੀ ਦੇ ਰਹੀ ਆ ਜੀ। ਪਰ ਪਤਾ ਨਹੀਂ ਇਹਨਾਂ ਨੂੰ ਕੀ ਆ, ਕਾਂਗਰਸ ਸਰਕਾਰ ਨੂੰ ਇੱਕ ਜਦੋਂ ਵੀ ਸਰਕਾਰ 'ਚ ਆਉਂਦੇ ਆ ਦਲਿਤਾਂ ਬਾਰੇ ਕੁਝ ਸੋਚਦੇ ਨਹੀਂ ਆ। ਇੱਕ ਪਾਸੇ ਤਾਂ ਪੰਜਾਬ ਦੇ ਵਿੱਚ ਡਿਪਟੀ ਸੀਐਮ ਦੀ ਜਿਹੜੀ ਪੋਸਟ ਆ ਉਹ ਦਲਿਤਾਂ ਲਈ ਰੱਖੀ ਗਈ ਆ, ਪਰ ਅੱਜ ਤੱਕ ਦਲਿਤਾਂ ਨੂੰ ਕੋਈ ਡਿਪਟੀ ਸੀਐਮ ਲਾਇਆ ਨਹੀਂ ਜਾਂਦਾ ਜੀ। ਇਹ ਸਰਕਾਰਾਂ ਕਹਿੰਦੀਆਂ ਨੇ ਉਹ ਕੰਮ ਆ ਹਾਥੀ ਵਾਲੇ ਦੰਦਾ, ਦਿਖਾਉਣ ਵਾਲੇ ਕੋਚਾ, ਖਾਣ ਵਾਲੇ ਕੋਚਾ। ਜਾਣਨਾ ਚਾਹਾਂਗੇ ਕੀ ਤੁਸੀਂ ਸਰਕਾਰ ਨੂੰ ਮੈਸੇਜ ਦੇਣਾ ਚਾਹੁੰਦੇ ਹੋ ਮੀਡੀਆ ਦੇ ਰਾਹੀਂ, ਕੀ ਤੁਸੀਂ ਲਾਸਟ ਵਿੱਚ ਆਪਣੀ ਮੰਗ ਰੱਖਣਾ ਚਾਹੁੰਦੇ ਹੋ? ਮੈਂ ਸਰਕਾਰ ਨੂੰ ਇਹ ਗੱਲ ਕਹਿਣਾ ਚਾਹੁੰਦਾ ਕਿ ਸਿਰਫ ਪ੍ਰਸ਼ਾਂਤ ਕਿਸ਼ੋਰ ਦੇ ਸਿਰ ਤੇ ਨਾ ਰਹੋ। ਪ੍ਰਸ਼ਾਂਤ ਕਿਸ਼ੋਰ ਨੇ ਵੋਟ ਨਹੀਂ ਪਾਣੀ, ਉਹਦੀ ਵੋਟ ਨਹੀਂ ਇੱਥੇ ਪੰਜਾਬ 'ਚ ਹੈਗੀ ਹੈ। ਵੋਟ ਤੁਹਾਨੂੰ ਪੰਜਾਬ ਦੇ ਲੋਕਾਂ ਨੇ ਹੀ ਪਾਣੀ ਹੈ ਜੀ। ਜੇ ਲੋਕਾਂ ਲਈ ਕੰਮ ਕਰੋਗੇ ਤਾਂ ਵੋਟ ਦੇ ਹੱਕਦਾਰ ਹੋਵੋਗੇ, ਨਹੀਂ ਤਾਂ ਜਿਹੜੀ ਜਨਤਾ ਤੁਹਾਨੂੰ ਸੱਤਾ ਤੇ ਬਿਠਾ ਸਕਦੀ ਉਹ ਗਿਰਾ ਵੀ ਸਕਦੀ ਹੈ। ਜਿਹੜੇ ਤੁਸੀਂ ਆਪਣੇ ਵਾਅਦੇ ਪੂਰੇ ਕੀਤੇ ਆ ਉਹਨਾਂ ਵਾਅਦਿਆਂ ਦੇ ਖਰੇ ਉਤਰੋ। ਜਿਹੜੇ 35% ਜੇ ਤੁਸੀਂ ਵੋਟ ਬੈਂਕ ਲੈਣਾ ਚਾਹੁੰਦੇ ਇਹਨਾਂ ਦੀ ਗੱਲ ਵੀ ਸੁਣੋ। ਅੱਜ ਦਲਿਤ 6500 ਰੁਪਏ ਦੇ ਵਿੱਚ ਮਰ ਰਹੇ ਆ, ਭੁੱਖਾ ਪਿਆਸਾ ਤੜਪ ਰਿਹਾ ਆਪਣੇ ਘਰਾਂ ਦੇ ਵਿੱਚ। ਉਹਨੂੰ ਕੋਈ ਮੈਡੀਕਲ ਸਹੂਲਤ ਨਹੀਂ ਦਿੱਤੀ ਜਾ ਰਹੀ ਹੈ, ਕੋਈ ਬੱਚਿਆਂ ਨੂੰ ਉਹਨਾਂ ਦੇ ਕੁਝ ਦਿੱਤਾ ਨਹੀਂ ਜਾ ਰਿਹਾ, ਕੋਈ ਪੜ੍ਹਾਈ ਲਈ ਕੁਝ ਨਹੀਂ ਮਿਲ ਰਿਹਾ ਉਹਨਾਂ ਨੂੰ। ਸਕੋਲਰਸ਼ਿਪਾਂ ਤੁਸੀਂ ਲੋਕਾਂ ਨੇ ਬੰਦ ਕਰ ਦਿੱਤੀਆਂ। ਇਹਨਾਂ ਲੋਕਾਂ ਦਾ 65 ਚ ਕਿੱਦਾਂ ਗੁਜ਼ਾਰਾ ਬਸਰ ਹੋਊਗਾ, ਕਿੱਦਾਂ ਆਪਣੇ ਬੱਚਿਆਂ ਨੂੰ ਪਾਲੂਗੇ? ਗੱਲਾਂ ਤੁਸੀਂ ਬਾਬਾ ਸਾਹਿਬ ਦੀਆਂ ਕਰਦੇ ਹੋ। ਬਾਬਾ ਸਾਹਿਬ ਨੂੰ ਮੰਨਣ ਵਾਲੇ ਲੋਕਾਂ ਨੂੰ ਜੀਣ ਦਾ ਅਧਿਕਾਰ ਤਾਂ ਦੇ ਦਿਓ ਪਹਿਲਾਂ। ਜੀ। ਸਰਕਾਰ ਨੂੰ ਅੰਤ 'ਚ ਇਹ ਗੱਲ ਕਹਿਣਾ ਚਾਹੁੰਦਾ ਆਪਣੀ ਗਲਤੀ ਸੁਧਾਰ ਲਓ। ਸੈਸ਼ਨ ਤੁਹਾਡਾ ਚੱਲਦਾ ਪਿਆ, ਤੁਹਾਡੇ ਲਈ ਕੋਈ ਵੱਡੀ ਗੱਲ ਨਹੀਂ ਹੈ, ਸਿਰਫ ਤੁਹਾਡੀ ਕਲਮ ਹੀ ਚੱਲਣੀ ਹੈ। ਜਿਹੜੇ ਵੀ ਪੰਜਾਬ ਦੇ ਵਿੱਚ ਕੱਚੇ ਸੀਵਰਮੈਨ ਜਿਹੜੇ ਰੁਲੇ ਫਿਰਦੇ ਆ ਵਿਚਾਰੇ, ਇਹਨਾਂ ਵੱਲ ਦੇਖੋ, ਇਹਨਾਂ ਦੇ ਪਰਿਵਾਰਾਂ ਵੱਲ ਧਿਆਨ ਦਿਓ। ਇਹਨਾਂ ਨੂੰ ਜਲਦ ਤੋਂ ਜਲਦ ਪੈਸੇ ਆਧਾਰ ਤੇ ਇਹਨਾਂ ਨੂੰ ਪੱਕਾ ਕੀਤਾ ਜਾਵੇ ਤਾਂ ਕਿ ਜਿਹੜਾ ਇਹ ਦਲਿਤ ਸਮਾਜ ਆ ਉਹ ਕਾਂਗਰਸ ਨਾਲ ਹਮੇਸ਼ਾ ਰੀੜ ਦੀ ਹੱਡੀ ਨੂੰ ਜੁੜਿਆ ਜਾਵੇ।